कोई नाम न जाने मेरा, ज्ञान ध्यान कुछ कर्म न जाना, साधना जाना तेरी। सब ते वड्डा सतगुरु नानक, जिन गल राखी मेरी। पीवो बहुल खंड तार, होए जन्म सुहेला। बाहु बाहु गोबिंद सिंह, आपे गुर चेला। पीवो बहुल खंड तार, होए जन्म सुहेला। पीवो बहुल खंड तार, जन्म सुहेला। परम सम्मान
ਜਾਹਰਾ ਜੋਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਜੁਗੋ ਜੁਗੇ ਅਕਾਲ ਗੁਰਤਾ ਗੱਦੀ ਤੇ ਵਿਰਾਜਮਾਨ ਗਿਆਨ ਗੁਰੂ ਸ਼ਬਦ ਗੁਰੂ ਅਤੇ ਸਮਰੱਥ ਗੁਰੂ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰੇ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਵੱਡੇ ਭਾਗ ਹੈ ਸਤ ਸੰਗਤ ਦੇ ਵਿੱਚ ਬੈਠ ਕੇ ਕਾਫੀ ਲੰਮੇ ਸਮੇਂ ਤੋਂ ਆਨੰਦ ਮਾਣ ਰਹੇ ਹੋ। ਅੱਜ ਦਾ ਜਿਹੜਾ ਦਿਹਾੜਾ ਵਿਸਾਖੀ ਦਾ ਦਿਹਾੜਾ ਹੈ ਜਿਹੜਾ ਇਹ ਦਿਹਾੜੇ ਦੇ ਨਾਲ ਕਈ ਘਟਨਾਵਾਂ ਦਾ ਸੰਬੰਧ ਹੈ, ਕਿਉਂਕਿ ਵਿਸਾਖੀ ਦਾ ਦਿਹਾੜਾ ਸਿੱਖ ਕੌਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਮਨਾਉਣ ਦੇ ਲਈ ਜੋ ਆਰੰਭਤਾ ਹੋਈ, ਉਹ ਆਰੰਭਤਾ ਸਿੱਖਾਂ ਦੇ ਗੁਰੂ ਤੀਸਰੇ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਉੱਥੋਂ ਆਰੰਭਤਾ ਹੋਈ। 1567 ਦੇ ਵਿੱਚ ਸਿੱਖ ਕੌਮ ਦੇ ਵਿੱਚ ਕੋਈ ਇਹੋ ਜਿਹਾ ਦਿਹਾੜਾ ਨਹੀਂ ਸੀ ਜਿਹੜਾ ਮਨਾਇਆ ਜਾਂਦਾ ਹੋਵੇ। ਫਿਰ ਸਿੱਖ ਸੰਗਤਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਕਿਰਪਾ ਕਰੋ ਕੋਈ ਦਿਹਾੜਾ ਇਹੋ ਜਿਹਾ ਰੱਖਿਆ ਜਾਵੇ ਜਿਹੜੇ ਦਿਹਾੜੇ ਤੇ ਸਭ ਸੰਗਤਾਂ ਇਕੱਤਰ ਹੋ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਪ ਜੀ ਦੇ ਦੀਦਾਰ ਤੇ ਸੰਗਤ ਦੇ ਵਿੱਚ ਬੈਠ ਕੇ ਗੁਰਬਾਣੀ ਦਾ ਆਨੰਦ ਕਥਾ ਵਿਚਾਰਾਂ ਸੁਣੀਆਂ ਜਾਇਆ। ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਦਿਹਾੜਾ ਸਾਡੇ ਧਰਮ ਦੇ ਵਿੱਚ, ਸਾਡੀ ਕੌਮ ਦੇ ਵਿੱਚ ਆਰੰਭ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ 1567 ਦੇ ਵਿੱਚ, ਕਿਉਂਕਿ ਜਿਹੜੀ 12 ਮਾਹ ਦੀ ਬਾਣੀ ਹੈ ਰਾਗ ਪਖਾਰੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੀ। ਇੱਕ 12 ਮਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਝ ਰਾਗ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕੀਤੀ, ਜੋ ਪ੍ਰਚਲਿਤ ਹੈ ਹਰ ਇੱਕ ਮਹੀਨੇ ਉਹ 12 ਮਾਹ ਦੇ ਪਾਠ ਹੁੰਦੇ। ਜੋ ਵਿਸਾਖੀ ਦੀ ਆਰੰਭਤਾ ਹੈ ਉਹ ਆਰੰਭਤਾ ਕਰਨ ਵਾਲੇ ਧੰਨ ਗੁਰੂ ਅਮਰਦਾਸ ਜੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਸਮਾਂ ਬਣਿਆ 1577 ਦਾ, 10 ਸਾਲ ਬਾਅਦ। ਉਸ ਸਮੇਂ ਗੁਰਮੁਖ ਪਿਆਰਿਓ ਜੋ ਆਪਣੀ ਦਰਬਾਰ ਸਾਹਿਬ ਅੰਮ੍ਰਿਤਸਰ ਦੁੱਖ ਭੰਜਨੀ ਬੇਰੀ ਸਾਹਿਬ ਹੈ, ਉਹ ਅਸਥਾਨ ਆ ਜਿਹੜਾ ਉਸ ਦੀ ਜਿਹੜੀ ਆਰੰਭਤਾ ਸਿੱਖ ਧਰਮ ਦੇ ਵਿੱਚ ਆਈ, ਸਿੱਖ ਕੌਮ ਦੇ ਵਿੱਚ ਆਈ। ਜਿਹੜੇ ਦਿਨ ਉਹ ਪਾਣੀ ਦੇ ਛੱਪੜ ਦੇ ਵਿੱਚ ਬੀਬੀ ਰਜਨੀ ਪੱਟੀ ਦਾ ਰਹਿਣ ਵਾਲਾ ਰਾਜਾ ਦੁਨੀ ਚੰਦ ਉਹਦੀ ਲੜਕੀ ਪਿੰਗਲੇ ਨਾਲ ਵਿਆਹੀ ਗਈ, ਪਿੰਗਲੇ ਨੂੰ ਲੈ ਕੇ ਥਾਂ ਤੇ ਪਹੁੰਚੀ। ਉਹ ਨਗਰ ਦੇ ਵਿੱਚੋਂ ਰੋਟੀ ਪਾਣੀ ਮੰਗਣ ਵਾਸਤੇ ਚਲੀ ਗਈ, ਉੱਥੇ ਬਿਠਾ ਕੇ। ਪਰ ਇੱਥੇ ਇੱਕ ਬੇੜੀ ਸੀ, ਬੇੜੀ ਦੇ ਥੱਲੇ ਮੀਂਹ ਦਾ ਪਾਣੀ ਜਿੱਥੇ ਖੜ ਜਾਂਦਾ ਸੀ ਉੱਥੇ ਉਹ ਛੱਪੜ ਬਣਿਆ ਸੀ ਨਾ ਜਿਹੜਾ ਪਾਣੀ ਦਾ। ਉਹ ਕੀ ਵੇਖਦਾ ਪਿੰਗਲਾ ਕਿ ਉਹ ਪਾਣੀ ਦੇ ਵਿੱਚ ਕਾਲੇ ਕਾਂ ਵੜਦੇ ਆ ਤੇ ਚਿੱਟੇ ਹੋ ਕੇ ਨਿਕਲਦੇ। ਮਨ ਦੇ ਵਿੱਚ ਵਿਚਾਰ ਆਇਆ, ਪੁਰਨਾ ਆਇਆ ਕਿ ਮਨਾ ਜੇ ਤੂੰ ਚੁੱਪੀ ਲਾ ਲਵੇਂ ਖਬਰਾਂ ਤੋਂ ਵੀ ਠੀਕ ਹੋ ਜਾਊ।
क्योंकि बाणी में भी बचन आ, पिंगल पर्वत पार परे खल चतर विकीता, अंदले तिल भवन सोझिया गुर भेट पुनीता, महिमा साधु संग की सुनो मेरी बेटा। कहते पिंगला भी पहाड़ चढ़ सकता है जे गुरु नानक की कृपा हो जाएगा। जिके आखो सतनाम श्री वाहिगुरू। वो पिंगले ते कृपा हो गई ते हथ बाहर रखिया, मेरी दे मुढ़े नूं फड़ के उहने चुभी ला लई, जदों चुभी विच लाई तां शरीर कंचन वर्गा हो गया। जिके आखो सतनाम श्री वाहिगुरू। जब बीबी रजनी रोटी लेके आई, वेखदी आले दुआले मेरा पति दिखदा नहीं किते, पर वो सामने खड़ा होना रंग रूप रेख सब कुछ ही बदल गया। जदों बदलिया वो बथेरा कहना मैं ही हाँ तेरे घर वाला। वो कहती मेरे घर वाला तू नहीं। क्यों? मेरे घर वाला तो पिंगला कोड़ी है, ਉਹਦੇ ਕੰਨ ਉੱਤੇ ਕੋੜ ਫੁੱਟਿਆ ਹੋਇਆ, ਪਿੰਗਲਾ ਤੋਰ ਹੀ नहीं सकता, ਉਹ ਤਾਂ ਚੰਗਾ ਭਲਾ ਖੜਾ। ਉਹ ਕਹਿੰਦਾ ਮੈਂ ਹੀ ਹੈ। ਆਵੇ ਆ ਸੱਪੜ ਦੇ ਵਿੱਚ ਕਾਲੇ ਆਲੇ ਵੜਦੇ ਆ ਤੇ ਚਿੱਟੇ ਹੋ ਕੇ ਨਿਕਲਦੇ ਆ, ਮੈਂ ਵੀ ਇਹਦੇ ਵਿੱਚ ਚੁੱਭੀ ਲਾ ਲਈ ਤੇ ਸਰੀਰ ਕੰਚਨ ਵਰਗਾ ਹੋ ਗਿਆ। ਉਹ ਨਾ ਮੰਨੀ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਲੈ ਗਏ। ਮਹਾਰਾਜ ਨੇ ਬਚਨ ਕੀਤਾ ਧੀਏ ਇਹੀ ਤੇਰਾ ਪਤੀ ਹੈ। ਜਿੱਤੇ ਆਖੋ ਸਤਿ ਸ੍ਰੀ ਅਕਾਲ। ਉਹ ਫਿਰ ਛੱਪੜੀ ਦੀ ਜਿਹੜੀ ਆਰੰਭਤਾ ਉਹ ਵੀ ਗੁਰਮੁਖ ਪਿਆਰਿਓ 1577 ਦੇ ਵਿੱਚ ਵਿਸਾਖੀ ਵਾਲੇ ਦਿਨ ਹੋਈ। ਬੈਠ ਕੇ ਆਖੋ ਸਤਿ ਸ੍ਰੀ ਅਕਾਲ। ਫਿਰ ਸਮਾਂ ਬਣਿਆ 1919 13 ਅਪ੍ਰੈਲ ਜ਼ਿਲ੍ਹਿਆਂਵਾਲਾ ਬਾਗ, ਜਿੱਥੇ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰਿਆ, ਮੌਤ ਦੇ ਘਾਟ ਉਤਾਰਿਆ। ਸਾਡੀ ਕੌਮ ਦੇ ਸਾਡੇ ਧਰਮ ਦੇ ਲੋਕ ਜਿਨ੍ਹਾਂ ਨੇ ਬੜੀਆਂ ਸ਼ਹਾਦਤਾਂ ਦਿੱਤੀਆਂ। ਇਹ 1919 13 ਅਪ੍ਰੈਲ ਵਿਸਾਖੀ ਵਾਲੇ ਦਿਨ ਹੋਇਆ। ਚੌਥੀ ਘਟਨਾ 1978 ਦੀ, ਜਦੋਂ ਨਿਰੰਕਾਰੀਆਂ ਨੇ ਸਿੱਖ ਧਰਮ ਦੇ 13 ਸਿੰਘਾਂ ਨੂੰ ਸ਼ਹੀਦ ਕੀਤਾ। ਉਹ ਵੀ ਦਿਨ ਵਿਸਾਖੀ ਦਾ ਸੀ। ਪਰ ਸਮਾਂ ਬਣਿਆ 1699 ਦੀ ਵਿਸਾਖੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਦੇ ਰੂਪ ਦੇ ਵਿੱਚ, ਕਿਉਂਕਿ ਸਮਾਂ ਥੋੜਾ ਵਿਚਾਰ ਹੁੰਦੇ ਜਿਹੜੀ ਬਹੁਤ ਲੰਬੀ ਹੁੰਦੀ ਹੈ। ਇਤਿਹਾਸ ਦੀਆਂ ਵਿਚਾਰਾਂ ਨੇ ਜਿਹੜੀਆਂ ਉਹ ਬੜੀਆਂ ਲੰਮੀਆਂ ਹੁੰਦੀਆਂ ਨੇ। ਗੁਰਮੁਖੋ ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਆਪਾਂ ਯਤਨ ਕਰਾਂਗੇ ਜਿੰਨੀਆਂ ਕੁ ਹੋ ਸਕਦੀਆਂ। ਕੀ ਹੋਇਆ ਗੁਰਮੁਖ ਪਿਆਰਿਓ, ਥੋੜਾ ਜਿਹਾ ਸਮਾਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਚਾਂਦਨੀ ਚੌਕ ਦੇ ਵਿੱਚ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਦਾ ਧੜ ਗਲ ਦੇ ਨਾਲੋਂ ਲੱਗ ਕੀਤਾ। ਉਹ ਸੀਸ, ਉਹ ਸਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਨੰਦਪੁਰ ਸਾਹਿਬ ਪਹੁੰਚਿਆ। ਧੜ ਦਾ ਸੰਸਕਾਰ ਜਦੋਂ ਹੁੰਦਾ ਹੈ ਤਾਂ ਉਹ ਦਿੱਲੀ ਦੀ ਧਰਤੀ ਤੇ ਹੁੰਦਾ ਹੈ। ਭਾਈ ਜੈਤਾ ਜੀ ਲੈ ਕੇ ਆਉਂਦੇ ਆ ਸਿਰ ਗੁਰੂ ਸਾਹਿਬ ਜੀ ਦਾ। ਉਸ ਸਮੇਂ ਗੋਬਿੰਦ ਰਾਏ ਜੀ ਪੌਣੇ 9 ਸਾਲ ਦੀ ਉਮਰ ਹੈ। ਪੌਣੇ 9 ਸਾਲ ਦੀ ਉਮਰ ਦੇ ਅੰਦਰ ਭਾਈ ਜੈਤਾ ਜੀ ਨੂੰ ਪੁੱਛਦੇ ਆ, ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਆਪ ਲੈ ਕੇ ਆ ਗਏ, ਉਹਨਾਂ ਦੇ ਧੜ ਨੂੰ ਕਿਸੇ ਨੇ ਸਾਂਭਿਆ? ਕਹਿਣ ਲੱਗੇ ਮਹਾਰਾਜ ਕਿਸੇ ਨੇ ਵੀ ਨਹੀਂ ਸਾਂਭਿਆ। ਕਹਿੰਦੇ ਕਿਉਂ? ਉੱਥੇ ਸਿੱਖ ਨਹੀਂ ਸਨ? ਕਹਿੰਦੇ ਮਹਾਰਾਜ ਆਇਆ ਸਨ। ਕਿੰਨੇ? ਕਹਿੰਦੇ ਦਿੱਲੀ ਦੇ ਵਿੱਚ 1400 ਜਿਹੜੀ ਸਿੱਖਾਂ ਦੀ ਸੀ ਉਹ 1400 ਦੀ। ਕਹਿੰਦੇ ਕੋਈ ਵੀ ਅੱਗੇ ਨਹੀਂ ਆਇਆ? ਕਹਿੰਦੇ ਮਹਾਰਾਜ ਕੋਈ ਵੀ ਨਹੀਂ ਆਇਆ। ਕਹਿੰਦੇ ਭਾਈ ਜੈਤਿਆ ਘਬਰਾ ਨਾ ਫਿਰ। ਕਹਿੰਦੇ ਕਾਰਨ ਕੀ ਬਣਿਆ? ਕਹਿੰਦੇ ਉਹ ਕਹਿੰਦੇ ਸੀ ਤੂੰ ਸਿੱਖਿਆ ਤੇ ਚੁੱਕ ਲੈ ਧੜ। ਹਰ ਕੋਈ ਮੁੱਕਰ ਜਾਂਦਾ ਸੀ, ਮੈਂ ਤਾਂ ਗੁਰੂ ਦਾ ਸਿੱਖ ਹੀ। ਕਹਿੰਦੇ ਫਿਰ ਹੁਣ ਘਬਰਾ ਨਾ, ਮੈਂ ਆਪਣੇ ਖਾਲਸੇ ਨੂੰ ਇਹੋ ਜਿਹੀ ਨਿਸ਼ਾਨੀ ਦੇ ਦੇਵਾਂਗਾ ਜੇ ਉਹ ਕਹੇਗਾ ਮੈਂ ਗੁਰੂ ਦਾ ਸਿੱਖ ਨਹੀਂ, ਪਰ ਲੋਕ ਕਹਿਣਗੇ ਤੂੰ ਝੂਠ ਬੋਲਦਾ, ਤੂੰ ਗੁਰੂ ਦਾ ਸਿੰਘ ਹੈ। ਗੱਜ ਕੇ ਆਖੋ ਸਤਿ ਸ੍ਰੀ ਅਕਾਲ ਜੀ। ਲੱਖਾਂ ਦੇ ਵਿੱਚ ਇੱਕ ਖੜਾ, ਲੱਖਾਂ ਦੇ ਵਿੱਚ ਖੜਾ ਦੇਖੇਗਾ।
गुरु का खालसा गुरु का सिंह लखां दे विच ते गुरमुख प्यारे उस समय सिंह दिखेगा लखां दे विच खड़ा मेरा ऐसा मैं सजाऊंगा धारणा ਦੇ ਵਿੱਚ ਆਪਾਂ ਸਮਾਂ ਨਹੀਂ ਪੂਰਾ ਕਰਨਾ ਕਿਉਂਕਿ ਇਤਿਹਾਸ ਬੜਾ ਲੰਮਾ ਯਤਨ ਕਰਾਂਗੇ। ਭਾਈ ਜੈਤੇ ਨੂੰ ਮਹਾਰਾਜ ਨੇ ਬਚਨ ਕੀਤਾ, ਭਾਈ ਜੈਤਾ ਜੀ ਹੁਣ ਇਹੋ ਜਿਹਾ ਖਾਲਸਾ ਪਿਆ, ਇਹੋ ਜਿਹੇ ਚਿੰਨ੍ਹ, ਇਹੋ ਜਿਹੇ ਨਿਸ਼ਾਨੀਆਂ ਉਹਦੇ ਸਰੀਰ ਦੇ ਉੱਪਰ ਲਾ ਦੇਵਾਂਗਾ ਤੇ ਉਹ ਝੂਠ ਬੋਲ ਹੀ ਨਹੀਂ ਸਕਦਾ। ਫਿਰ ਸਮਾਂ ਲੰਘਿਆ, ਗੋਬਿੰਦ ਰਾਏ ਦੇ ਰੂਪ ਦੇ ਵਿੱਚ ਹੀ ਸਨ ਮਹਾਰਾਜ ਦੇ ਸਮੇਂ। ਕੀ ਹੋਇਆ, ਕਦੇ ਆਪ ਜੀ ਅਨੰਦਪੁਰ ਸਾਹਿਬ ਜਾਂਦਾ ਗਏ ਵੀ ਹੋਣੇ ਆ, ਪਤਾ ਵੀ ਹੋਣਾ ਕਈਆਂ ਨੂੰ ਨਹੀਂ ਵੀ ਪਤਾ ਹੋਣਾ, ਪਰ ਅੱਜ ਧਿਆਨ ਦੇ ਨਾਲ ਬੱਚੋ ਸੁਣਿਓ, ਸਮਾਂ ਬਣਿਆ ਅਨੰਦਪੁਰ ਸਾਹਿਬ ਜ਼ਰੂਰ ਜਾ ਕੇ ਦੀਦਾਰੇ ਕਰਿਓ। ਜਦੋਂ ਆਪਾਂ ਅਨੰਦਪੁਰ ਸਾਹਿਬ ਜਾਂਦੇ ਆ, ਆਨੰਦਗੜ੍ਹ ਕਿਲ੍ਹਾ ਜਿਹੜਾ ਕਿਲ੍ਹੇ ਦੇ ਨਾਮ ਨਾਲ ਵੱਜਦਾ, ਪਰ ਉਹ ਕਿਲ੍ਹਾ ਨਹੀਂ ਸੀ, ਕਿਲ੍ਹਾ ਨਹੀਂ ਸੀ। ਉੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਸਾਹਿਬ ਦੇ ਪਰਿਵਾਰ ਦੀ ਰਿਹਾਇਸ਼ ਸੀ, ਉੱਥੇ ਮਹਾਰਾਜ ਰਿਹਾ। ਜਦੋਂ ਆਪਾਂ ਉੱਪਰ ਕਿਲ੍ਹੇ ਦੇ ਪੌੜੀ ਚੜ੍ਹਦੇ ਹਾਂ ਨਾ, ਤਾਂ ਸਾਹਮਣੇ ਨਿਗਾਹ ਮਾਰਿਓ, ਕਦੇ ਇੱਕ ਕਮਰਾ ਬਣਿਆ ਹੋਇਆ, ਉਹ ਕਮਰੇ ਦੇ ਵਿੱਚ ਅੱਜ ਵੀ ਖੜਾ ਬਣਿਆ ਹੈ। ਉਹ ਥਾਂ ਤੇ ਕਦੇ ਗੱਲ ਕੀ ਘਰ ਪਾ ਸਕਦੇ। ਕੀ ਹੋਇਆ, ਅਚਾਨਕ ਗੋਬਿੰਦ ਰਾਏ ਜੀ ਆਪਣੇ ਸਿੱਖਾਂ ਨੂੰ, ਪਹਿਰੇਦਾਰਾਂ ਨੂੰ ਕਹਿਣ ਲੱਗੇ, ਭਾਈ ਮੈਂ ਕਮਰੇ ਦੇ ਅੰਦਰ ਚੱਲਿਆ, ਪਰ ਯਾਦ ਰੱਖਿਓ ਇਹ ਦਰਵਾਜ਼ੇ ਨੂੰ ਖੜਕਾਉਣਾ ਨਹੀਂ, ਭਾਵੇਂ ਜਿੰਨੇ ਦਿਨ ਮਰਜ਼ੀ ਮੈਂ ਅੰਦਰ ਰਹਾ, ਪਰ ਦਰਵਾਜ਼ੇ ਨੂੰ ਨਹੀਂ ਖੜਕਾਉਣਾ। ਇਤਿਹਾਸਕਾਰਾਂ ਦੇ ਬਚਨ ਹੈ, ਉਹਨਾਂ ਨੇ ਲਿਖਿਆ, ਜ਼ਰੂਰ ਸੁਣਿਓ ਬਚਨ, ਦਰਵਾਜ਼ੇ ਨੂੰ ਖੜਕਾਉਣਾ ਨਹੀਂ ਕਿਸੇ ਨੇ, ਸਖਤ ਪਹਿਰਾ ਦੇਣਾ। ਸਤ ਵਚਨ ਮਹਾਰਾਜ। ਇੱਕ ਦਿਨ ਲੰਘਿਆ, 2 ਦਿਨ ਲੰਘੇ, ਮਹਾਰਾਜ ਬੂਹਾ ਬੰਦ ਕਰਕੇ ਅੰਦਰ ਬੈਠ ਗਏ। ਇਤਿਹਾਸਕਾਰ ਇੱਥੇ ਤੱਕ ਲਿਖਦੇ ਆ 20 ਤੋਂ 25 ਦਿਨ ਲੰਘ ਗਏ, ਪਰ ਮਹਾਰਾਜ ਨੇ ਬੂਹਾ ਨਹੀਂ ਖੋਲ੍ਹਿਆ, ਦਰਵਾਜ਼ਾ ਨਹੀਂ ਖੋਲ੍ਹਿਆ। ਪਤਾ ਨਹੀਂ ਕੀ ਖੇਡ ਸੀ ਮਹਾਰਾਜ। ਜਦੋਂ ਦਰਵਾਜ਼ਾ ਨਾ ਖੋਲ੍ਹਿਆ, ਉਹਨਾਂ ਸੰਗਤਾਂ ਦੇ ਵਿੱਚ ਗੁਰਮੁਖ ਪਿਆਰਿਓ, ਦੂਰ ਦਰੇਲਿਆਂ ਤੋਂ ਸੰਗਤਾਂ ਨੇ ਆਉਣਾ ਤੇ ਮਹਾਰਾਜ ਦੇ ਦੀਦਾਰ ਨਾ ਹੋਣੇ, ਕਈ ਦਿਨ ਬਹਿ ਕੇ ਸੰਗਤ ਨੇ ਚਲੇ ਜਾਣਾ। ਸੰਗਤ ਹੈਰਾਨ ਹੋਣ ਲੱਗੀ ਕਿ ਗੁਰੂ ਸਾਹਿਬ ਨੇ ਆਉਂਦੇ ਆ ਦੀਦਾਰ ਕਰਨ ਵਾਸਤੇ, ਪਰ ਇੱਥੇ ਆ ਕੇ ਕੁਝ ਹੋਰ ਹੀ ਖੇਡ ਬਣ ਜਾਂਦੀ ਹੈ। ਬਹੁਤ ਸੰਗਤਾਂ ਇਹੋ ਜਿਹੀਆਂ ਜਿਨ੍ਹਾਂ ਨੇ ਪੱਕੇ ਪਹਿਰੇ ਅਨੰਦਪੁਰ ਸਾਹਿਬ ਲਾ ਲਏ, ਇੱਥੇ ਹੀ ਰਹਿਣਾ ਜਿੰਨਾ ਚਿਰ ਮਹਾਰਾਜ ਬਾਹਰ ਨਹੀਂ ਆਉਂਦੇ, ਕਿਉਂਕਿ ਜਿਹੜੀਆਂ ਸੰਗਤਾਂ ਪਿਆਰ ਵਾਲੀਆਂ, ਪ੍ਰੇਮ ਵਾਲੀਆਂ, ਉਹ ਹਰ ਵੇਲੇ ਕਹਿੰਦੀਆਂ ਗੁਰੂ ਨੂੰ, ਸਤਿਗੁਰ ਜੀ ਤੇਰਿਆ ਦੀਦਾਰਿਆਂ ਦੀ ਲੋੜ, ਸਤਿਗੁਰ ਜੀ ਤੇਰਿਆ ਦੀਦਾਰਿਆਂ ਦੀ ਲੋੜ।
महाराज दर्शन देख जीवा गुर तेरा पूर्ण कर्म होए कृपा करो दिदारे दो जिहड़े प्यारे या प्यार करने वाले गुरु दे नाल संगतां दे विच बड़ा भारी दुख है इस गल दा किन्ने किन्ने दिनों तो संगत आके बैठियां ने पर महाराज जी के दीदार नहीं हो रहे सतगुरु जी कमरे तो बाहर ही नहीं आए 25 दिन लंघ गए पर महाराज फिर संगतां धन माता गुजर कौर जी उन्होंने भुल गए कि माता जी कृपा करो बहुत दिनों तो संगत आके दीदारा बैठिया ने पर सतगुरु में इन्ने दिन हो गए बाहर ही नहीं निकले आप जी आओ आके बुलाओ आवाज दो जरूर दरवाजा खोलना कहने लगे चलो मैं चल रही माता गुजर कौर जी आए माता जी ने दरवाजा खड़काया पर अंदरों कोई आवाज नहीं ना बूहा खोलिया फिर माता गुजर कौर जी ने आवाज दी पुत्रा दरवाजा खोल मैं तेरी मां 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 शब्द है ना जेड़ा ये गुरमुख प्यारिओ अकाल पुरख की कृपा के नाल ही प्राप्त क्यों किसी बीबी भैन में जो बच्चा होता है आप कहने बच्चा होया है बच्चे का जन्म होया है पर उहदे नाल नाल मां शब्द का भी जन्म जे बच्चा जन्म लेंदा तद ही जाके मां शब्द जुड़ता है कि नहीं जुड़ता धन माता गुजर कौर जी क्योंकि मां प्यार च भी कह सकती है तो थोड़ा जिहा ताड़ के भी कह सकती है आवाज दी पुत्रा दरवाजा खोल मैं तेरी मां है जदों आ गल सुनी मां महाराज ने दरवाजा खोल दिता हुण इन्ने दिनों तो माता भी बैराग दे विच प्यार दे विच घुट के गलपड़ी च लिया जो निगाह मारी आले दुआले तो बड़ा सारा ढेर चिट्ठियां का लगे कंधा के उत्ते नक्शे पाए पे ने कदे पाए हुए कदे ढाए हुए माता देख के हैरान हो गई कहती पुत्र है कि कहने लगे मां चिट्ठियां तैयार की कहते लई संगतां दे विच भेजांगा संगतां दा भारी इकट्ठ करांगा फिर की करेगा कहना मां अमृत वंडांगा बैठ के आखो सतनाम श्री वाहिगुरू जी आ चिट्ठियां च की लिख दिता इन्हां चिट्ठियां च लिखिया कि संगत जी आओ आनंदपुर साहिब की धरती ते
आके अमृत की पौह लो, अमृत की पौह लेके अपने जन्म नू सफला बना लो। रज के आखो सतनाम श्री वाहिगुरू जी। माता कहती अमृत त्याग करे। हाँ मां पुत्रा, अमृत का एक बड़ी अमोलक लाभ है। अमृत क्यों? अमृत पीवे अमर सोवे। जिन्ना जिन्ना ने भी अमृत वो पौहल ले ली ना, वो सदा ही अमर होगा। जी आखो सतनाम श्री वाहिगुरू जी। अमृत पिया सतगुर दिया, अब न जाना अमृत की खोज करते करते बड़े बड़े देवी देवी ऋषि मुनि चले गए, पर अमृत का पुत्र उन्होंने नहीं मिला। तू अमृत वंडना चाहना है? लगे हाँ मां, क्योंकि धन गुरु अमरदास महाराज जी ने लिखा सोर नाल जन मन अमृत खोज के, सो अमृत गुण ते। पर गुरु तो बिना अमृत प्राप्त नहीं होता। पर मां मैं अमृत वंडांगा, कहने लगे चंगा ये चिट्ठियां भेजांगा सिखां दे विच, आओ भारी इकट्ठ दे विच। ते गुरमुख प्यारिओ, ये फिर सारी वार्ता अबुल तरानी जिहड़ा मुसलमान सी, औरंगजेब ने भेजिया आनंदपुर साहिब। 2 साल तो जिहड़ा आनंदपुर साहिब की कल्ली कल्ली खबर, एक एक मिनट की खबर औरंगजेब ने दिल्ली भेजदा सी। वो आनंदपुर साहिब आया, जिहड़ा माली फुल्लां बाड़े फुल्लां नूं साਂਭਦਾ सी, बाड़ी नूं साਂਭਦਾ सी, बगीचियां नूं, ਉਹਦੇ ਨਾਲ आ के रहन लग गया हिंदू बन के। धोती ला ली, मत्थे तिलक ला लिया, गल च माला पा ली, हत्थां च माला पा लिया, भाव हिंदू बन गया। 2 साल की रिपोर्ट ये दिंदा आ रहा सी। 2 साल औरंगजेब की कल्ली कल्ली रिपोर्ट आनंदपुर साहिब अबुल तरानी उन्हें लिखिया। कहते फिर गुरु कलगीधर पातशाह गोबिंद राय जी के रूप दे विच वो चिट्ठियां भेजियां गईयां। दूर दरेड़े चिट्ठियां सब इलाकों दे विच भेज के संगतां दा भारी इकट्ठ कीता गया। 80 तो 90 हज़ार का इकट्ठ होया। उस समय दे विच इन्हां भारी इकट्ठ करना बड़ा औखा सी। अज भावें बड़ा सौखा, क्यों? अज सब राह भी वधिया बने ते साधन भी बड़े हैं। उस समय ना साधन सन बहुते ते ना राही बहुते चंगे सन। पहाड़ी एरिए दे विच इकट्ठे होना बहुत वड्डी गल सी। इन्ना भारी इकट्ठ होना 80 तो 90 हज़ार का इकट्ठ उन्हें लिखिया। तंबू लाए गए, कनातां ताणियां गईयां, कनातां लग के सब दूर तक गुरमुख प्यारिओ दरबार सजाया गया। हुण गुरु कलगीधर पातशाह महाराज गोबिंद राय जी के रूप दे विच कहते जिहड़ा दरवाजा रखे एंट्री वास्ते, उत्थे बड़ा सारा बोर्ड लटवा के महाराज जी ने लाया। सारे तंबू दे विच आले दुआले बोर्ड लगे सन। ते गुरमुख प्यारिओ कहते पहला ही बोर्ड लग्या सी, जदों एंट्री करते सी की लिखिया सी, ओ मारना